ਲਾਈਵ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਕੁਝ ਖਾਸ ਖਬਰਾਂ ਦੇ ਨਾਲ ਹੁਣ ਤੁਹਾਨੂੰ ਜਾਣੂ ਕਰਵਾਵਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ। ਸ਼ੋਹਿਨੀ ਸਿਨਹਾ ਸਾਲਟ ਲੇਕ ਦੇ ਵਿੱਚ SBI ਫੀਲਡ ਦਫ਼ਤਰ ਦੀ ਮੁਖੀ ਨਿਯੁਕਤੀ। ਅਮਰੀਕਾ ਨੇ ਨੂੰ ਹਿੰਸਾ ਤੇ ਲੋਕਾਂ ਨੂੰ ਸ਼ਾਂਤੀ ਦੀ ਕੀਤੀ ਅਪੀਲ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਤਨੀ ਦੇ ਵੱਲੋਂ ਵੱਖ ਹੋਣ ਦਾ ਕੀਤਾ ਗਿਆ ਐਲਾਨ। ਫੇਸਬੁੱਕ ਨੇ ਕੈਨੇਡਾ ਦੇ ਵਿੱਚ ਖਬਰਾਂ ਦਿਖਾਉਣੀਆਂ ਕੀਤੀਆਂ ਬੰਦ। ਪੰਜਾਬ ਦੇ ਜਲੰਧਰ ਦੇ ਵਿੱਚ ਪੁਜਾਰੀ ਤੋਂ ਲੁੱਟੀ ਗਈ 15,000 ਦੀ ਨਕਦੀ ਤੇ ਸੋਨੇ ਦੀ ਮੁੰਦਰੀ। ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਭਾਰਤੀ ਅਮਰੀਕੀ ਮਹਿਲਾ ਸ਼ੋਹਿਨੀ ਸਿਨਹਾ ਨੂੰ FBI ਫੀਲਡ ਦੇ ਵਿੱਚ ਮੁਖੀ ਦੇ ਵਜੋਂ ਨਿਯੁਕਤ ਕੀਤਾ ਗਿਆ ਹੈ। ਅਮਰੀਕੀ ਰਾਜ ਉਟਾ ਦੇ ਮਾਲਟ ਲੇਕ ਸਿਟੀ ਦੇ ਵਿੱਚ FBI ਦੇ ਫੀਲਡ ਦਫ਼ਤਰ ਦੀ ਇੰਚਾਰਜ ਵਜੋਂ ਨਿਯੁਕਤੀ ਕੀਤੀ ਗਈ ਹੈ। ਸਿਨਹਾ ਅੱਤਵਾਦ ਵਿਰੋਧੀ ਜਾਂਚ ਦੇ ਖੇਤਰ ਦੇ ਵਿੱਚ ਆਪਣੀ ਮੁਹਾਰਤ ਦੇ ਲਈ ਜਾਣੇ ਜਾਂਦੇ ਨੇ। ਹਾਲ ਹੀ ਦੇ ਵਿੱਚ ਸਿਨਹਾ ਨੇ ਵਾਸ਼ਿੰਗਟਨ DC ਦੇ ਵਿੱਚ FBI ਹੈੱਡਕੁਆਰਟਰ ਦੇ ਵਿੱਚ ਡਾਇਰੈਕਟਰ ਤੇ ਕਾਰਜਕਾਲੀ ਵਿਸ਼ੇਸ਼ ਸਹਾਇਕ ਦੇ ਵਜੋਂ ਕੰਮ ਕੀਤਾ। ਉਹਨਾਂ ਨੂੰ FBI ਦੇ ਡਾਇਰੈਕਟੋਰੇਟ ਕ੍ਰਿਸਫੋਰਡ ਵੇ ਦੁਆਰਾ ਸਪੈਸ਼ਲ ਏਜੰਟ ਇੰਚਾਰਜ ਨਿਯੁਕਤ ਕੀਤਾ ਗਿਆ। ਹਰਿਆਣਾ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ ਹੁਣ ਅਮਰੀਕਾ ਦਾ ਇੱਕ ਬੇहद ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਹਰਿਆਣਾ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਲੋਕਾਂ ਨੂੰ ਹਿੰਸਕ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਹਿੰਸਾ ਵਾਲੀ ਥਾਂ ਤੇ ਕਿਸੇ ਅਮਰੀਕੀ ਦੇ ਫਸੇ ਹੋਣ ਦੀ ਕੋਈ ਸੂਚਨਾ ਨਹੀਂ ਹੈ। ਉਹਨਾਂ ਨੇ ਇਸ ਮਾਮਲੇ ਤੇ ਦੂਤਘਰ ਦੇ ਨਾਲ ਸੰਪਰਕ ਕਰਨ ਦੀ ਗੱਲ ਵੀ ਕੀਤੀ। ਗੌਰਤਲਬ ਹੈ ਕਿ ਨੂੰ 'ਚ ਹੋਈ ਹਿੰਸਾ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਤੋਂ ਪੁੱਛਿਆ ਗਿਆ ਸੀ ਕਿ ਇਸ ਖੇਤਰ ਦੇ ਵਿੱਚ ਕੋਈ ਅਮਰੀਕੀ ਨਾਗਰਿਕ ਫਸਿਆ ਹੋਇਆ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਜਵਾਬ ਦਿੱਤਾ ਗਿਆ। Have you heard from any Americans impacted by the religious violence in Gurugram near New Delhi? And do you have any comments on the Hindu-Muslim clashes in the region? I would say, with respect to the clashes, that obviously we would, as always, urge calm and urge parties to refrain from violent actions. With respect to whether we've heard from any Americans, I'm not aware of that. I'm happy to follow up with the embassy. Thank you. ਖਬਰ ਹੁਣ ਕੈਨੇਡਾ ਤੋਂ ਸਾਹਮਣੇ ਆਈ ਜਿੱਥੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਦੇ ਵੱਲੋਂ ਵੱਖ ਹੋਣ ਦਾ ਐਲਾਨ ਕੀਤਾ ਗਿਆ। ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਹੈ ਕਿ ਹੁਣ ਉਹ ਦੋਵੇਂ ਜਾਣੇ ਅਲੱਗ ਹੋ ਰਹੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਆਹ ਦੇ 18 ਸਾਲ ਬਾਅਦ ਆਪਣੀ ਪਤਨੀ ਸੋਫੀ ਤੋਂ ਵੱਖ ਹੋ ਰਹੇ ਨੇ। ਬੁੱਧਵਾਰ ਨੂੰ PM ਟਰੂਡੋ ਅਤੇ ਉਹਨਾਂ ਦੀ ਪਤਨੀ ਸੋਫੀ ਨੇ ਸੋਸ਼ਲ ਮੀਡੀਆ ਤੇ ਇਸ ਦਾ ਐਲਾਨ ਕੀਤਾ। ਸੋਫੀ ਟਰੂਡੋ ਇਸ ਸਮੇਂ ਆਪਣੇ ਗ੍ਰਹਿ ਸ਼ਹਿਰ ਕਿਊਬਿਕ ਦੇ ਵਿੱਚ ਨੇ। ਉਹ TV ਰਿਪੋਰਟਰ ਵੀ ਰਹਿ ਚੁੱਕੇ ਨੇ। ਸੋਫੀ ਨੇ ਲਗਾਤਾਰ 3 ਚੋਣਾਂ ਦੌਰਾਨ ਪ੍ਰਚਾਰ ਵਿੱਚ ਪਤੀ ਟਰੂਡੋ ਦਾ ਸਾਥ ਦਿੱਤਾ ਸੀ। ਪ੍ਰਧਾਨ ਮੰਤਰੀ ਜਸਟਿਨ ਅਤੇ ਸੋਫੀ 3 ਬੱਚਿਆਂ ਦੇ ਮਾਤਾ-ਪਿਤਾ ਨੇ। ਜਸਟਿਨ ਟਰੂਡੋ ਤੇ ਸੋਫੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕਈ ਅਰਥਪੂਰਨ ਅਤੇ ਮੁਸ਼ਕਿਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਦੋਵਾਂ ਦੇ ਵੱਲੋਂ ਤਲਾਕ ਦੇ ਸੰਬੰਧਿਤ ਦਸਤਾਵੇਜ਼ਾਂ ਤੇ ਦਸਤਖਤ ਵੀ ਕਰ ਦਿੱਤੇ ਗਏ ਨੇ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਕੰਪਨੀ ਮੈਟਾ ਦੇ ਵੱਲੋਂ ਇਸ ਵੇਲੇ ਕੈਨੇਡਾ ਦੇ ਵਿੱਚ ਖਬਰਾਂ ਦਿਖਾਉਣ ਤੇ ਰੋਕ ਲਗਾ ਦਿੱਤੀ ਗਈ ਹੈ। ਮੰਗਲਵਾਰ ਤੋਂ ਕੈਨੇਡਾ ਦੇ ਵਿੱਚ ਆਪਣੇ ਪਲੇਟਫਾਰਮਾਂ ਤੇ ਖਬਰਾਂ ਦੀ ਉਪਲਬਧਤਾ ਨੂੰ ਅਧਿਕਾਰਤ ਤੌਰ ਤੇ ਖਤਮ ਕਰਨਾ ਸ਼ੁਰੂ ਕਰ ਦਿੱਤਾ ਗਿਆ। ਫੈਡਰਲ ਸਰਕਾਰ ਦੁਆਰਾ ਜੂਨ ਦੇ ਵਿੱਚ ਆਪਣਾ ਆਨਲਾਈਨ ਨਿਊਜ਼ ਐਕਟ ਬਿੱਲ C-18 ਪਾਸ ਕਰਨ ਤੋਂ ਬਾਅਦ ਇਹ ਕੰਮ ਫੇਸਬੁੱਕ ਤੇ ਸ਼ੁਰੂ ਕੀਤਾ ਹੈ। ਨਵੇਂ ਕਾਨੂੰਨ ਦੇ ਤਹਿਤ ਗੂਗਲ ਅਤੇ ਫੇਸਬੁੱਕ ਵਰਗੇ ਡਿਜੀਟਲ ਪਲੇਟਫਾਰਮਾਂ ਤੇ ਨਿਊਜ਼ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਲਿੰਕ ਕਰਨ ਤੇ ਇਹਨਾਂ ਕੰਪਨੀਆਂ ਦੇ ਵੱਲੋਂ ਕੈਨੇਡੀਅਨ ਨਿਊਜ਼ ਆਊਟਲੈਟਸ ਨੂੰ ਵਾਜਬ ਮੁਆਵਜ਼ਾ ਯਕੀਨੀ ਬਣਾਉਣਾ ਹੈ। ਹਾਲਾਂਕਿ ਇਸ ਬਦਲਾਅ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਵਿੱਚ ਕਈ ਹਫ਼ਤੇ ਲੱਗਣ ਦੀ ਸੰਭਾਵਨਾ ਹੈ। ਪੰਜਾਬ ਦੇ ਜਲੰਧਰ ਤੋਂ ਇੱਕ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਦੇਰ ਰਾਤ ਇੱਕ ਪੁਜਾਰੀ ਦੇ ਕੋਲੋਂ 15,000 ਦੀ ਨਕਦੀ ਤੇ ਇੱਕ ਮੁੰਦੀ ਦੀ ਲੁੱਟ-ਖੋਹ ਕਰਕੇ ਕੁਝ ਨੌਜਵਾਨ ਫਰਾਰ ਹੋ ਗਏ। ਜਲੰਧਰ ਦੇ ਮਸ਼ਹੂਰ ਗੀਤਾ ਮੰਦਿਰ ਦੇ ਪੁਜਾਰੀ ਦੇ ਕੋਲੋਂ ਦੇਰ ਰਾਤ ਲੁਟੇਰਿਆਂ ਨੇ 15,000 ਦੀ ਨਕਦੀ ਅਤੇ ਹੱਥ 'ਚ ਪਾਈ ਸੋਨੇ ਦੀ ਮੁੰਦੀ ਲੁੱਟ ਲਈ। ਪੰਡਿਤ ਸੋਮਨਾਥ ਆਪਣੀ ਨੂੰਹ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਸਕੂਟੀ ਤੇ ਘਰ ਨੂੰ ਵਾਪਸ ਆ ਰਹੇ ਸੀ। ਇਸ ਦੌਰਾਨ ਕਾਰ ਦੇ ਵਿੱਚ ਸਵਾਰ ਇੱਕ ਔਰਤ ਨੇ ਉਸ ਦਾ ਟਿਕਾਣਾ ਪੁੱਛਣ ਦੇ ਬਹਾਨੇ ਉਸ ਨੂੰ ਰੋਕ ਲਿਆ।
ਇਸ ਤੋਂ ਬਾਅਦ ਕਾਰ ਦੇ ਵਿੱਚ ਬੈਠੇ ਦੋ ਨੌਜਵਾਨਾਂ ਨੇ ਡਰਾ ਧਮਕਾ ਕੇ ਲੁੱਟਖੋ ਕੀਤੀ। ਮੌਕੇ ਤੇ ਪਹੁੰਚੇ ਪੰਡਿਤ ਸੋਮਨਾਥ ਦੀ ਨੂੰਹ ਅਤੇ ਪੁੱਤਰ ਨੇ ਦੱਸਿਆ ਕਿ ਚੀਮਾ ਚੌਂਕ ਤੋਂ ਇੱਕ ਕਾਰ ਉਹਨਾਂ ਦਾ ਪਿੱਛਾ ਕਰ ਰਹੀ ਸੀ। ਕਾਰ ਦੇ ਵਿੱਚ ਇੱਕ ਔਰਤ ਸਮੇਤ 3 ਹੋਰ ਲੋਕ ਸਵਾर ਸੀ। पुलिस इतना कहती है हम सरकार बनाएंगे, फिर इतना कहती है, इतना चलान काटते हैं, इतना चलान किस बात के लिए काटते हैं कि तुम रोड पे खड़े हो रहे हो बिना बात से, और फिर इतनी रात तक क्यों नहीं खड़े होते, फिर ऐसे इधर अगर पता भी है इधर इतने चोर घूमते हैं तो क्यों नहीं खड़े होते। पहले तो पुलिस से ये बात पूछो। हमें तो लगा था कि आर के ढाबे से इन्होंने हमें फॉलो किया जहाँ हम डिनर करने गए थे। हम पीछे से आ रहे थे, उधर दादू पापा को यहाँ पे रोका। मेरे मम्मा कहते हैं कि कोई लड़ाई हुई होगी, पापा को कहते हैं कि आप रोकना मत, नशे वगैरह करके आ रहे होते हैं पापा। फिर हमने देखा कि दादू पापा ने सोचा कोई चलो जजमान वगैरह मिल गया होगा, बट जब हमने पूछा दादू पापा ने हाथ हमें मारा और उन्होंने कहा कि इन्होंने ऐसे ऐसे किया कि इन्होंने एक्टिवा रुकवाई, एक लड़की बाहर निकली और वो फोन दिखाने लगी कि ये लोकेशन मुझे बता दो। दादू ने कहा कि मुझे बिल्कुल नॉलेज नहीं है इस चीज के बारे में। उन्होंने फिर एक लड़का बाहर आया कृपान निकाल के, उसने कहा कि इसके सिर में कृपान मारो अगर ये पैसे वगैरह नहीं देता। दादू ने पैसे निकाल के दे दिए, 20,000 रुपया दादू की जेब में था, दादू पापा ने दे दिए इनको। उसके बाद इन्होंने कहा कि मुंदरियां भी हैं तो मुंदरियां भी उतारो। ये तो दादू पापा ने मुंदरियां भी दे दी। दादू ने कहा ये लो मुझे नहीं चाहिए, आप बस मुझे छोड़ दो। इन्होंने तो हमारी कार की लाइट देख ली, ये इतनी तेज वहां तक भाग गए थे। ये तो भाग गए थे, पापा फॉलो करने वाले थे इनकी कार पर, वो उन्होंने मौका ही नहीं दिया फॉलो करने का। एक सफेद गड्डी वाला है, उनके लेडी सी, 2 जेंट्स सीगे। लेडी उतर करके मैंने रोकिया उन्होंने, मैं एक्स्ट्रा रोकी, कहते अंकल असि लोकेशन पूछनी करो। मैं कहा बेटे मैंने कुछ पता नहीं है। कहने मेरे को फोन है। मैं कहा बेटे मैंने इस चीज की कोई समझ नहीं। जब इन्नी गल की उतर के आए, उतर के पीछे आ गए मैंने मैं देखा नहीं, वो देख के उन्हें कह लगा तेरे को रुपये कितने हैं। मैं कहा यार उन्हें पैसे ले ले नाल ही कृपान करके पिछों कहना अच्छा 15-20 रुपया लगे। हाँ जी। ਤੁਸੀਂ ਕਾਹਦੇ ਤੇ ਸੀਗੇ? मैं एक्स्ट्रा से ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀ? मैं आर के ढाबे तो गीता मंदिर ਕੀ ਤੁਹਾਨੂੰ ਲੱਗਦਾ ਕਿ ਆਰ ਕੇ ਢਾਬੇ ਦੇ ਪਿੱਛੇ ਹੀ ਤੁਹਾਡੀ नहीं 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 ਗੀਤਾ ਮੰਦਿਰ तो चीमा चौक मगर लगे। ਅੱਛਾ ਚੀਮਾ ਚੌਕ ਤੋਂ ਮਗਰ ਕਿ ਸੁਨਸਾਨ ਏਰੀਆ ਦੇਖ ਕੇ ਤੇ ਤੁਹਾਨੂੰ ਰੋਕਿਆ ਗਿਆ। हाँ जी चीमा चौक ਤੁਹਾਡੇ ਨਾਲ नहीं नहीं कोई रोका नहीं। ਤੁਸੀਂ ਕਾਹਦੇ ਤੇ ਸੀਗੇ? लगी सी लेकिन मैं पीछे अगे तेज आया सी। ਤੁਸੀਂ ਕਾਹਦੇ ਤੇ ਸੀਗੇ? मैं एक्स्ट्रा से बैठे, ਤੁਹਾਡੇ ਨਾਲ ਕੌਣ ਸੀਗਾ ਜੀ? मैं अकेला ही सी। ਤੁਸੀਂ ਇਕੱਲੇ ਹੀ हाँ, ਸੀਗੇ बच्चे पीछे खड़ी सी ਜੀ। ਹੋਰ ਕੀ ਸਮਾਨ ਸੀਗਾ ਜਿਹੜਾ ਲੈ ਕੇ ਗਏ? ਬੱਚੇ ਮਗਰ हाँ बच्चे मगर आ बच्चे वो जो बैरिकेड नीचे चले गए, फिर बच्चे पहुंचे लेट पहुंचे ना, बस 2 मिनट लगे बस पैसे लेके लेडी जड़ी है जी। ਕਿੰਨੇ ਜਿਹੜੇ ਸੀਗੇ ਜੀ? 3 जने मेरे, 2 जेंट्स सीगे। ਕੋਈ ਗੱਡੀ ਦਾ ਨੰਬਰ ਵਗੈਰਾ ਨੋਟ ਕੀਤਾ? नहीं मैं ਪਹਿਰਾਵਾ ਕੀ ਸੀਗਾ ਉਹਨਾਂ ਦਾ? ਕੀ ਸੀਗਾ पहनावे सूट पाया लेडी ने ਜੀ? और लिपस्टिक जिਵੇਂ ਕਿੰਨੇ ਜਣੇ ਸੀਗੇ? 3 जने सी। 3 ਜਣੇ। ਤੇ ਜਿਹੜੇ ਨੌਜਵਾਨ ਸੀਗੇ ਉਹ ਆਪਣਾ ਕਿਹੜੇ ਰੂਪ ਦੇ ਵਿੱਚ ਸੀਗੇ, ਮਤਲਬ ਮੋਨੇ ਸੀਗੇ ਜਾਂ हाँ ਕਿਵੇਂ? मुंह बंदे एक एक ने उतर के मुंह बने पहले खुले सी। ਓਕੇ। ਜਗ੍ਹਾ ਕਿਹੜੀ ਸੀ? ਆਹੀ ਆਹੀ ਇੱਥੇ ਹੀ ਬਸ ਅੱਜ ਗੱਡੀ ਖੜੀ। ਸੀਸੀਟੀਵੀ ਲੱਗੇ ਹੋਏ ਆ ਸਾਹਮਣੇ ਜੀ। ਬਿਲਕੁਲ, ਇਹ ਤੁਹਾਨੂੰ ਇਹਦੇ ਤੋਂ ਸਾਫ਼ ਹੀ ਤੁਸੀਂ ਪੁਲਿਸ ਕੰਪਲੇਂਟ ਕਰਤੀ? ਪੁਲਿਸ ਸੋ ਕੀ ਮੰਗ ਕਰਦੇ ਹੋ ਕਿ ਹਨਾ ਕਿ ਰਾਤ ਨੂੰ ਦੇਰ ਰਾਤ ਨੂੰ ਹਨਾ ਏਦਾਂ ਦੀ ਲੁੱਟ ਹੋ ਜਾਣਾ? ਇਹ ਤੇ ਚੋਰ ਬਜ਼ਾਰੀ ਹੈ ਜੀ। ਸਾਡੇ ਵਾਸਤੇ ਅੱਜ ਤਾਂ ਹੋਇਆ। ਤੁਸੀਂ ਆਪਣੇ ਆਪ ਨੂੰ safe ਸਮਝਦੇ ਹੋ? ਨਹੀਂ ਕੋਈ ਸੇਫ ਨਹੀਂ ਸਮਝਦੇ, ਕੋਈ ਸੇਫਟੀ ਨਹੀਂ ਹੈ ਸਾਡੇ ਵਾਸਤੇ ਤੇ। ਕਿ ਪੁਲਿਸ ਜਿਹੜੇ ਵੱਡੇ ਵੱਡੇ ਵਾਅਦੇ ਕਰਦੀ ਆ ਫਿਰ ਖੋਖਲੇ ਨਜ਼ਰ ਆਉਂਦੇ ਆ। ਬਿਲਕੁਲ ਜੀ ਬਿਲਕੁਲ ਕੋਈ ਵਾਅਦੇ ਕਰੇ। ਓਕੇ। ਸੋ ਕਰਦਾ ਹੀ ਨਹੀਂ ਫਿਰ ਤੁਹਾਡੀ ਤੁਸੀਂ ਕਿਸ ਚੀਜ਼ ਦੀ ਤਨਖਾਹ ਲੈ ਰਹੇ ਹੋ? ਕੀ ਕੀਤਾ? 15 ਮਿੰਟ ਹੋ ਗਏ ਤੁਸੀਂ ਕੁਝ ਕਰ ਹੀ ਨਹੀਂ ਰਹੇ। ਤੁਸੀਂ ਕੀ ਕੀਤਾ 15 ਮਿੰਟ ਦੱਸੋ? ਅਸੀਂ ਪੁੱਛ ਲਿਆ ਨਾ ਕੀ ਪੁੱਛਿਆ ਦੱਸੋ ਮੈਨੂੰ, ਦੱਸੋ ਕੀ ਪੁੱਛਿਆ? ਫਾਰਮੈਲਿਟੀ ਪੂਰੀ ਕੀਤੀ, ਕੋਈ ਕਾਰਵਾਈ ਸ਼ੁਰੂ ਕੀਤੀ? ਹੋਰ ਕੀ ਕਰ ਸਕਦੇ? ਤੁਸੀਂ ਬੁਲਾਓ ਆਪਣੇ ਆਈਓ ਸਾਹਿਬ ਨੂੰ ਬੁਲਾਓ। ਤੁਹਾਡਾ ਕੰਮ ਹੈ। ਅਸੀਂ ਬੁਲਾ ਲਿਆ, ਆਰਾਮ ਨਾਲ ਗੱਲ ਕਰੋ, ਤੁਸੀਂ ਵੀ ਆਰਾਮ ਨਾਲ ਕਰੋ। ਹਾਂਜੀ। ਨਾਲ ਸਾਹ ਚੜਿਆ ਤੁਹਾਨੂੰ, ਆਰਾਮ ਨਾਲ ਗੱਲ ਕਰੋ। ਮੈਨੂੰ ਨਹੀਂ ਸਾਹ ਚੜਿਆ, ਮੈਂ ਤੁਹਾਨੂੰ ਤੁਹਾਡੀ ਡਿਊਟੀ ਆ ਰਿਹਾ।
ਤੇ ਫਿਰ ਤੁਸੀਂ ਸਵੇਰੇ ਆਣ ਕੇ ਚੈੱਕ ਜੇ ਸਾਰੇ ਡਿਊਟੀ ਅਫਸਰ ਨੇ ਕਰਨਾ ਤੁਸੀਂ ਕੀ ਕਰਨਾ? ਮੰਨ ਲਓ ਤੁਹਾਡੀ ਦੁਕਾਨ ਹੈ, ਤੁਸੀਂ ਇਹ ਤਾਂ ਮਰਜ਼ੀ ਮੈਂ ਤੁਹਾਡੀ ਉਹੀ ਪੁੱਛ ਰਿਹਾ, ਜੇ ਡਿਊਟੀ ਅਫਸਰ ਨੇ ਆਏ ਕਰਨਾ ਤੁਸੀਂ ਕੀ ਕਰਨਾ ਹੈ? ਡਿਊਟੀ ਅਫਸਰ ਨਹੀਂ ਕਰਨਾ ਹੈ, ਤੁਸੀਂ ਕੀ ਕਰਨਾ ਹੈ? ਅਸੀਂ ਇਹ ਕੰਮ ਹੀ ਕਰਨਾ। ਤੁਸੀਂ ਕੀ ਕਰਨਾ ਹੈ ਫਿਰ? ਅਸੀਂ ਭੀੜ ਦੇ ਵਿੱਚ ਘੁੰਮਣਾ ਆ ਤੇ ਘੁੰਮ ਕੇ ਸਰ, ਪੈਸੇ ਲੈਂਦੇ ਪੂਰੇ ਪੈਸੇ ਕਰਦੇ ਨਹੀਂ ਤੁਸੀਂ ਦਿੰਦੇ, ਪੂਰੀ ਰਾਤ ਜਾਗਦੇ ਆ ਸਿਰਫ। ਜਾਗਣ ਦੇ ਪੈਸੇ ਲੈ ਰਹੇ ਹੋ ਸਰ? ਦੇ ਪੈਸੇ ਜੋ ਡਿਊਟੀ ਬਣਦੀ ਤੁਹਾਨੂੰ ਕੀ ਸਰਕਾਰ ਨੇ ਜਾਗਣ ਵਾਸਤੇ ਰੱਖਿਆ? ਨਹੀਂ, ਉਹਨਾਂ ਨੂੰ ਰੱਬ ਨਾ ਕਰੇ ਮਾਰ ਕੇ ਸੁੱਟ ਜਾਂਦੇ ਜਾਂ ਕੁਝ ਕਰ ਜਾਂਦੇ, ਕੌਣ ਜ਼ਿੰਮੇਵਾਰ ਸੀਗਾ? ਨਹੀਂ, ਇਹਨਾਂ ਨੂੰ ਜ਼ਿੰਮੇਵਾਰ ਕੌਣ ਸੀਗਾ? ਤੁਸੀਂ ਜ਼ਿੰਮੇਵਾਰ ਸੀਗੇ, ਤਨਖਾਹ ਲੈਂਦੇ ਹੋ ਉਸ ਚੀਜ਼ ਦੀ? ਵੱਡੀ ਵਾਰਦਾਤ ਹੋ ਗਈ ਪਰਿਵਾਰ ਦੇ ਨਾਲ, ਉਹਨਾਂ ਦੀ ਮੁੰਦਰੀ ਲੈ ਕੇ ਲੁੱਟ ਕੇ 10,000 ਕੈਸ਼ ਲੈ ਗਏ ਤੇ ਤੁਸੀਂ 1.5 ਘੰਟੇ ਬਾਅਦ ਪਹੁੰਚ ਰਹੇ ਹੋ। ਸਰ ਕਿਵੇਂ ਦੇਖਦੇ ਹੋ ਕਿ ਰਾਤ ਨੂੰ ਰਾਉਂਡ ਨਹੀਂ ਲੱਗਦਾ ਇਸ ਇਲਾਕੇ ਦੇ ਵਿੱਚ, ਕਿਉਂਕਿ ਪਰਸੋਂ ਵੀ ਮਿੱਠਾਪੁਰ ਚੌਕ ਦੇ ਵਿੱਚ ਲੁੱਟ ਖੋਹ ਹੋਈ ਹੈ, ਪਰ ਆਏ ਦਿਨ ਸਰ ਵਾਰਦਾਤਾਂ ਹੋ ਰਹੀਆਂ ਤੁਹਾਡੇ ਏਰੀਆ ਦੇ ਵਿੱਚ, ਕੀ ਗੱਲ ਕੋਈ ਗਸ਼ਤ ਜਿਹੜੀ ਵਧਾਈ ਨਹੀਂ ਜਾਂਦੀ ਰਾਤੀ? ਤੇ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਪਾਂ ਸਤਮਤ ਥਾਣੇ ਫੋਨ ਕੀਤਾ 1 ਘੰਟਾ ਹੋ ਗਿਆ, ਲੇਕਿਨ ਤੁਸੀਂ 1 ਘੰਟੇ ਬਾਅਦ ਇੱਥੇ ਪਹੁੰਚੇ ਹੋ, ਜਦਕਿ ਬਹੁਤ ਦੂਰ ਨਹੀਂ ਹੈਗਾ ਇੱਥੋਂ ਦੀ ਹੈ। ਦੇਖੋ ਸਾਡੀ ਹੁਣੇ ਗੱਲ ਹੋਈ ਹੈ, ਨਹੀਂ ਉਹ ਕਹਿ ਰਹੇ ਆ, ਉਹਨਾਂ ਕੋਲ ਰਿਕਾਰਡਿੰਗ ਹੈਗੀ ਹੈ, ਗੱਡੀ 'ਚ ਉਤਰਦੇ ਸਾਰ ਤੁਹਾਨੂੰ ਫੋਨ ਉਹਨਾਂ ਨੇ ਫੋਨ ਕੀਤਾ। ਇੱਥੇ ਲੁੱਟ ਹੋਈ ਹੈ। ਹਾਂਜੀ ਉਹ ਸਰ ਮੇਰਾ ਨਾਮ ਦੀਪਿਕਾ ਪਾਠਕ। ਕੀ ਗੱਲ ਹੋਈ ਸੀਗੀ ਪੂਰੀ ਬਰੀਫ ਕੁਛ ਨਹੀਂ, ਮੇਰੇ ਫਾਦਰ ਇਨ ਲੋ ਰਾਤੀ ਅਸੀਂ ਡਿਨਰ ਕਰਕੇ ਆ ਰਹੇ ਹਾਂ, ਉਹ ਵਿਚਾਰੇ ਐਕਟਿਵਾ ਤੇ ਸੀ, ਅਸੀਂ ਗੱਡੀ ਦੇ ਵਿੱਚ ਬੈਠੇ ਹੋਏ ਸੀਗੇ, ਇੱਕ ਲੇਡੀ 2 ਲੜਕੀਆਂ ਨੇ ਗੱਡੀ ਰੋਕੀ ਉਹਨਾਂ ਦੀ ਐਕਟਿਵਾ ਦੇ ਅੱਗੇ, ਗੱਡੀ ਲਾ ਕੇ ਕਹਿੰਦੇ ਪੈਸੇ ਬਾਹਰ। ਫਾਦਰ ਇਨ ਲੋ ਮੇਰੇ ਇੰਨੇ ਕੁ ਨਾਈਸ ਪਰਸਨ ਹੈਗੇ, ਹੈੱਡ ਪੁਜਾਰੀ ਹੈ ਗੀਤਾ ਮੰਦਿਰ ਦੇ, ਉਹਨਾਂ ਨੇ ਕਿਹਾ ਭਰਾ ਤੈਨੂੰ ਪੈਸੇ ਚਾਹੀਦੇ ਤੂੰ ਪੈਸੇ ਲੈ ਲੈ, ਉਹਨਾਂ ਨੇ ਆਪਣੀ ਦੋਨੋਂ ਜੇਬਾਂ ਚੋਂ ਪੈਸੇ ਕੱਢ ਦੇ, ਕਹਿੰਦਾ ਮੁੰਡਾ ਕਹਿੰਦਾ ਇਹਨੇ ਮੁੰਦਰੀਆਂ ਵੀ ਪਾਈਆਂ, ਮੁੰਦਰੀਆਂ ਵੀ ਲਾਓ ਇਹਦੀਆਂ, ਦੋਨੋਂ ਮੁੰਦਰੀਆਂ ਉਤਾਰ ਲੀਆਂ, ਨਾਲ ਹੀ ਸਾਡੀ ਗੱਡੀ ਦੀ ਰਿਫਲੈਕਸ਼ਨ ਦੇਖ ਕੇ ਡਰਾਈਵਿੰਗ ਸੀਟ ਦੇ ਉੱਤੇ ਬੈਠ ਗਏ। ਤੁਸੀਂ ਮੈਨੂੰ ਦੱਸੋ ਕਿ ਇੱਕ ਬਜ਼ੁਰਗ ਬੰਦਾ ਨਹੀਂ ਸੇਫ, ਯੰਗਸਟਰ ਨਹੀਂ ਸੇਫ, ਕੋਈ ਬੱਚਾ ਨਹੀਂ ਸੇਫ, ਸਕੂਲ ਦੇ ਵਿੱਚ ਕਿੱਥੇ ਜਾਵੇ ਆਮ ਜਨਤਾ? ਤਲਵਾਰ ਬਾਹਰ ਕੱਢੀ ਮਾਰਨਾ, ਕਹਿੰਦਾ ਤਲਵਾਰ ਮਾਰੋ ਇਹਦੇ ਸਿਰ ਦੇ ਵਿੱਚ, ਤਲਵਾਰ ਮਾਰ ਕੇ ਇਹਨਾਂ ਦਾ ਸਿਰ ਪਾੜੋ, ਨਾਲ ਹੀ ਸਾਡੀ ਗੱਡੀ ਦੀ ਰਿਫਲੈਕਸ਼ਨ ਦੇਖ ਕੇ ਆਪਣੀ ਡਰਾਈਵਿੰਗ ਸੀਟ ਦੇ ਉੱਤੇ ਬੈਠਾ। ਜੇ ਕਿਸੇ ਦੇ ਪਰਿਵਾਰਿਕ ਮੈਂਬਰ ਨੂੰ ਕੁਝ ਹੋ ਜਾਏ ਕੌਣ ਜ਼ਿੰਮੇਵਾਰ ਹੈ? ਮੀਡੀਆ ਜ਼ਿੰਮੇਵਾਰ ਹੈ ਜਾਂ ਪੁਲਿਸ ਜ਼ਿੰਮੇਵਾਰ ਹੈ? ਕੋਈ ਜ਼ਿੰਮੇਵਾਰ ਨਹੀਂ। ਹਰ ਕਿਸੇ ਬੰਦੇ ਨੂੰ ਆਪਣੀ ਤਨਖਾਹ ਨਾਲ ਮਤਲਬ ਹੈ, ਆਮ ਜਨਤਾ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ। ਪ੍ਰਗਟ ਸਿੰਘ ਦੇ ਘਰ ਦੇ ਬਾਹਰ 10 ਬੰਦਿਆਂ ਦੀ ਸਿਕਿਉਰਿਟੀ ਹੋਏਗੀ, ਕੀ ਗੱਲ ਸਾਡੇ ਬੰਦਿਆਂ ਲਈ ਕੋਈ ਸਿਕਿਉਰਿਟੀ ਨਹੀਂ? ਜੇ ਗੱਲ ਕਰੀਏ ਸਾਡੇ ਬੰਦੇ ਸਾਡੇ ਲਈ ਮਿਨਿਸਟਰ ਹੈ, ਪ੍ਰਗਟ ਸਿੰਘ ਆਪਣੇ ਘਰ ਲਈ ਮਿਨਿਸਟਰ ਹੋਏਗਾ, ਬਿਲਕੁਲ ਕੁਝ ਹੀ ਦੂਰੀ ਦੇ ਉੱਤੇ ਉਹਨਾਂ ਦਾ ਘਰ ਹੈ, ਸਾਡੇ ਲਈ ਮਿਨਿਸਟਰ ਹੈ, ਉਹਨਾਂ ਦੀ ਕੀ ਸਿਕਿਉਰਿਟੀ ਹੈ ਮੈਨੂੰ ਦੱਸੋ? ਕੁਝ ਹੀ ਦੂਰੀ ਦੇ ਉੱਤੇ ਉਹਨਾਂ ਦਾ ਘਰ ਹੈ, 2 ਮਿੰਟ ਦੇ ਰਸਤੇ ਤੇ ਪ੍ਰਗਟ ਸਿੰਘ ਦਾ ਘਰ ਹੈ, ਬਟ ਹੁਣੇ ਮੇਰੇ ਨਾਲ ਚੱਲੋ 20 ਬੰਦੇ ਪੁਲਿਸ ਦੇ ਉਹਦੇ ਘਰ ਦੇ ਬਾਹਰ, ਕੋਈ ਕੁਰਸੀ ਤੇ ਬੈਠਾ ਹੋਏਗਾ, ਕੋਈ ਖੜਾ ਹੋਏਗਾ, ਕਿਉਂ ਕੀ ਗੱਲ ਤੁਸੀਂ ਜ਼ਿਆਦਾ ਮਾਂ ਦੇ ਲਾਲ ਜੰਮੇ ਹੋ, ਬਾਕੀ ਕੋਈ ਨਹੀਂ ਹੈਗਾ ਜੀ, ਤੁਹਾਨੂੰ ਕੋਈ ਕੁਝ ਕਹਿਣ ਵਾਲਾ ਨਹੀਂ ਹੈਗਾ। ਇਸ ਲਈ ਸਰਕਾਰ ਨੂੰ ਟੈਕਸ ਪੇ ਕਰਦੀ ਕਿ ਆਏ ਦਿਨ ਲੁੱਟਾਂ ਹਾਂਜੀ, ਇਸ ਕਰਕੇ ਮਿਡਲ ਕਲਾਸ ਬੰਦਾ ਹੀ ਫਸਦਾ, ਟੈਕਸ ਵੀ ਭਰੋ, ਚੋਰੀਆਂ ਵੀ ਕਰਾਓ, ਘਰਾਂ 'ਚ ਵੀ ਚੋਰੀਆਂ ਕਰਾਓ, ਤੁਰਦੇ ਜਾਂਦੇ ਵੀ ਚੋਰੀਆਂ ਕਰਾਓ। ਤੁਸੀਂ ਇਹ ਮੰਤਰੀਆਂ ਨੂੰ ਜ਼ਿਆਦਾ ਸਿਕਿਉਰਿਟੀ ਚਾਹੀਦੀ, ਆਮ ਜਨਤਾ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ, ਆਮ ਜਨਤਾ ਸਿਰਫ ਮਰਨ ਵਾਸਤੇ ਰੱਖੀ ਹੋਈ ਹੈ ਇਹਨਾਂ ਨੇ। ਕੋਈ ਗੱਡੀ ਦਾ ਨੰਬਰ ਨੋਟ ਹੋਇਆ ਕਰਕੇ ਨਾ ਮੰਤਰੀਆਂ ਨੂੰ ਵੀ ਇਹਨਾਂ ਦੇ ਸੀਟਾਂ ਤੋਂ ਉਠਾਇਆ ਜਾਵੇ, ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਉਠਾ, ਸਾਨੂੰ ਤੁਸੀਂ ਦਵੋ ਸਰਕਾਰੀ, ਅਸੀਂ ਸਿਕਿਉਰਿਟੀ ਕਰਦੇ ਆਪਣੇ ਪਰਿਵਾਰਿਕ ਮੈਂਬਰਾਂ ਦੀ। ਵੋਟਾਂ ਮੰਗਣ ਲਈ ਅਕਸਰ ਜਿਹੜੇ ਪੋਲੀਟੀਕਲ ਮੰਗਣ ਲਈ ਪ੍ਰਗਟ ਸਿੰਘ ਸਾਡੇ ਘਰ ਆ ਕੇ ਹੀ ਚਾਹ ਪਾਣੀ ਪੀ ਕੇ ਜਾਂਦਾ। ਅੱਜ ਮੈਂ ਇਹਨੂੰ ਪੁੱਛਣ ਦੀ ਹੱਕਦਾਰ ਹੈਗੀ ਆ, ਕੀ ਗੱਲ ਇਹ ਕੱਢ ਕੇ ਦੇਗਾ ਮੇਰਾ ਜਿਹੜਾ ਨੁਕਸਾਨ ਹੋਇਆ 50,000 ਰੁਪਏ ਕੱਢ ਕੇ ਦਵੇ ਮੈਨੂੰ ਸਵੇਰੇ? ਉਸ ਟਾਈਮ ਦਾ ਵੋਟਾਂ ਮੰਗਣ ਲਈ 50,000 ਪਵਾਨ ਸਾਡੀ ਕਲੋਨੀ ਚ ਦਾ ਆਇਆ ਕਿ ਰੋਹਿਤ ਭਾਜੀ ਮੈਨੂੰ ਇੱਥੋਂ ਵੋਟਾਂ ਦਿਵਾਓ, ਮੇਰੇ ਹਸਬੰਡ ਵੀ ਉਸ ਕਲੋਨੀ ਦੇ ਪ੍ਰਧਾਨ ਹੈ, ਸਾਰੇ ਕਰਤਾ ਦਰਤਾ 50,000 ਪਵਾ ਕੇ 50 ਡੱਬੇ ਚਾਹਵਾ ਪਾਣੀਆਂ ਸੀ ਪ੍ਰਗਟ ਸਿੰਘ ਨੂੰ ਪਿਆਈਆਂ, ਕੀ ਗੱਲ ਹਾਰ ਪਵਾਨ ਜੋ ਗਈ ਹੈ ਕੱਢ ਕੇ ਦਵੇ 50,000 ਜਿਹੜਾ ਮੇਰੇ ਫਾਦਰ ਇਨ ਲੋ ਦਾ ਨੁਕਸਾਨ ਹੋਇਆ ਕੌਣ ਭਰੇਗਾ? ਪਤਾ ਲੱਗ ਰਿਹਾ ਕਿ ਉਹਨਾਂ ਕੋਲ ਤੇਜ਼ਦਾਰ ਹਥਿਆਰ ਵਗੈਰਾ ਵੀ ਸੀਗੇ। ਪੁਲਿਸ ਨੂੰ ਅਸੀਂ ਆਂਦੇ ਹੀ ਇਨਫੋਰਮ ਕਰ ਦਿੱਤਾ, 5 ਮਿੰਟ ਬਾਅਦ ਮੇਰੇ ਹਸਬੰਡ ਨੇ ਕਾਲ ਕਰ ਦਿੱਤੀ, ਮੇਰੇ ਹਸਬੰਡ ਦੇ ਫਰੈਂਡ ਤੱਕ ਆ ਗਏ। ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ, ਸਰਕਾਰੀ ਮਹਿਕਮੇ ਚੋਂ ਕੋਈ ਨਹੀਂ ਇੱਥੇ ਆਇਆ, ਨਾ ਕੋਈ ਮੰਤਰੀ ਨਾ ਕੋਈ ਪੁਲਿਸ। ਆਉਣ ਵਾਲੇ ਸਮੇਂ ਤੁਹਾਡੇ ਕੋਲ ਵੋਟਾਂ ਮੰਗਣ ਫੇਰ ਆਣਗੇ, ਘਰ ਕੀ ਜਵਾਬ ਦੋਗੇ ਉਹਨਾਂ ਨੂੰ? ਆਉਣ ਵਾਲੇ ਸਮੇਂ 'ਚ ਜੇ ਵੋਟਾਂ ਮੰਗਣ ਆਣਗੇ ਫਿਰ ਛਿੱਤਰ ਖਾ ਕੇ ਜਾਣਗੇ, ਇਹ ਜਵਾਬ ਹੈ। ਕਾਦੇ ਤੇ ਸੀਗੇ ਉਹ ਨੌਜਵਾਨ, ਕੁਝ ਪਤਾ ਲੱਗਿਆ? ਹਾਂਜੀ, ਕਾਦੇ ਤੇ ਸੀਗੇ? ਉਹ ਸਵਿਫਟ ਡਿਜ਼ਾਇਰ ਪੁਰਾਣੇ ਮਾਡਲ ਦੀ ਗੱਡੀ ਤੇ। ਕਿੰਨੇ ਜਣੇ ਸੀਗੇ? ਇੱਕ ਲੇਡੀ ਸੀ, 2 ਜੈਂਟਸ। ਕੀ ਪਹਿਰਾਵਾ ਕੀ ਸੀਗਾ ਉਹਨਾਂ ਦਾ? ਸਰ ਜੈਂਟਸ ਨੇ ਹੀ ਪੈਂਟ ਸ਼ਰਟ, ਲੇਡੀ ਮੈਂ ਨਹੀਂ ਦੇਖੀ, ਉਹ ਪਹਿਲਾਂ ਹੀ ਲਾਈਵ ਲੋਕੇਸ਼ਨ ਦਿਖਾ ਕੇ ਅੰਦਰ ਗੱਡੀ ਦੇ ਵਿੱਚ ਬਹਿ ਗਈ, ਬਾਅਦ ਚੋਂ ਜਿਹੜੀ ਲੁੱਟ ਖੋਆ ਉਹ 2 ਜੈਂਟਸ ਨੇ ਕੀਤੀ। ਫਾਦਰ ਜਦੋਂ ਗੱਡੀ ਤੋਂ ਉਤਰਦੇ ਆ ਫਿਰ ਕੀ ਕਿਹਾ ਜਾਂਦਾ ਆ ਤੁਹਾਡੇ ਜਿਹੜੇ ਫਾਦਰ ਇਨ ਲੋ? ਜੇਬਾਂ ਖਾਲੀ ਕਰ, ਫਾਦਰ ਇਨ ਲੋ ਨੇ ਜੇਬ ਖਾਲੀ ਕਰ, ਸਿੱਧਾ ਹੀ ਕੋਈ ਹੋਰ ਗੱਲ ਨਹੀਂ। ਫਾਦਰ ਇਨ ਲੋ ਵਰਗਾ ਇਨਸਾਨ ਦੁਨੀਆ ਦੇ ਵਿੱਚ ਨਹੀਂ ਹੈਗਾ। ਉਹਨਾਂ ਨੇ ਕਿਹਾ ਲੈ ਭਰਾ ਤੂੰ ਲੁੱਟ ਕੋ, ਕਿਉਂਕਿ ਅੱਜ ਕੱਲ ਦੇ ਜੈਂਟਸ ਨੂੰ ਤਾਂ ਝਟ ਪਤਾ ਲੱਗ ਜਾਂਦਾ ਕਿਹੜਾ ਬੰਦਾ ਚੋਰ ਹੈ ਤੇ ਕਿਹੜਾ ਸਾਧ ਹੈ। ਗੱਡੀ ਦਾ ਨੰਬਰ ਨੋਟ ਹੋਇਆ ਮੈਂ? ਸਰ ਗੱਡੀ ਦਾ ਨੰਬਰ ਸਵੇਰੇ ਪਤਾ ਚੱਲੇਗਾ, ਕਿਉਂਕਿ ਕੈਮਰਾਜ਼ ਦੇ ਵਿੱਚ ਸ਼ਾਪ ਖੁੱਲੇਗੀ ਸਵੇਰੇ। ਗੱਡੀ ਦਾ ਨੰਬਰ ਪੁਲਿਸ ਆਈ ਹੈ, ਦੱਸੋ ਪੁਲਿਸ ਆਈ ਆ, ਇੱਕ ਵਾਰੀ ਦੱਸ ਦਿਓ। ਆਈਓ ਸਾਹਿਬ ਆਏ ਨੇ, ਦੱਸਣ ਦਾ ਕੀ ਫਾਇਦਾ? ਕੀ ਲੱਗਦਾ ਕਿ ਸੁਣਵਾਈ ਨਹੀਂ ਹੋਏਗੀ? ਕੋਈ ਸੁਣਵਾਈ ਨਹੀਂ ਹੋਣੀ ਸਰ, ਕੋਈ ਸੁਣਵਾਈ ਨਹੀਂ। ਬਹੁਤ ਤਗੜੀਆਂ ਚੋਰੀਆਂ ਹੁੰਦੀਆਂ, ਕੋਈ ਸੁਣਵਾਈ ਨਹੀਂ। ਵਿਸ਼ਵਾਸ ਉੱਡ ਚੁੱਕਾ ਪੁਲਿਸ ਤੋਂ, ਸਭ ਚੀਜ਼ਾਂ ਦਾ ਮਿਨਿਸਟਰਾਂ ਤੋਂ ਵਿਸ਼ਵਾਸ ਉੱਡ ਗਿਆ, ਐਮਐਲਏ ਤੋਂ, ਕੌਂਸਲਰਾਂ ਤੋਂ, ਸਭ ਤੋਂ ਵਿਸ਼ਵਾਸ ਉੱਡ ਚੁੱਕਾ, ਕਿਸੇ ਦਾ ਕੋਈ ਸਕਾ ਨਹੀਂ। ਕਿਉਂਕਿ ਆਏ ਦਿਨ ਨਾ ਮੈਮ ਕੋਈ ਨਾ ਲੁੱਟਾਂ ਹੁੰਦੀਆਂ ਰਹਿੰਦੀਆਂ, ਪਰਸੋਂ ਵੀ ਹਾਲੇ ਜਿਹੜੀ ਆ ਲੁੱਟ ਹੋ ਕੇ ਪੁਲਿਸ ਤੋਂ, ਜੇ ਐਮਐਲਏ ਤੋਂ ਸਾਰੇ ਉਹਨਾਂ ਦਾ ਵਿਸ਼ਵਾਸ ਉੱਡ ਚੁੱਕਾ।
ਤੇ ਮੈਂ ਸਵੇਰੇ ਹੀ ਮੈਂ ਪ੍ਰਗਟ ਸਿੰਘ ਦੇ ਘਰ ਜਾ ਕੇ ਨਾ ਉਹਦਾ ਘਰ ਸਾੜ ਦੇਣਾ ਸੀ, ਚਾਹੇ ਬੇਸ਼ੱਕ ਉਹਨੂੰ ਕਹਿ ਦਿਓ ਜਾ ਕੇ ਵੀਡੀਓ ਦਿਖਾ ਦਿਓ। ਹੁਣ ਬੜੇ ਸੀ ਸਾਡੀ ਕਲੋਨੀ ਚ ਵੋਟਾਂ ਲੈਣ ਤੇ ਹਾਰ ਪਵਾਵਾਂਗੇ ਚੰਗੇ ਹਾਰ ਇਹਨਾਂ ਨੂੰ। ਮੈਮ ਬੱਚੇ ਸਹਿਮੇ ਹੋਏ ਆ, ਬਿਲਕੁਲ ਬੱਚੇ ਨਾਲ ਸੀਗੇ। ਬੱਚੇ ਮੇਰੇ ਰੋ ਰਹੇ, ਸਵੇਰੇ ਮੈਂ ਸਕੂਲ ਭੇਜਣੇ ਬੱਚੇ, ਏਦਾਂ ਅਸੀਂ ਸੜਕਾਂ ਤੇ ਖੜੇ ਹੋ ਕੇ ਰੋਵਾਂਗੇ। ਅਸੀਂ ਤਾਂ ਕਦੀ ਪੁਲਿਸ ਦੀ ਸਾਡੀ ਫੈਮਿਲੀ ਦੇ ਵਿੱਚ ਇੰਨੀ ਇੱਜ਼ਤ ਹੈ, ਅਸੀਂ ਤਾਂ ਪੁਲਿਸ ਦਾ ਕਦੀ ਮੂੰਹ ਤੱਕ ਨਹੀਂ ਦੇਖਿਆ। ਕੀ ਲੱਗਦਾ ਇਹੋ ਜੀ ਘਟਨਾ ਦੇਖ ਕੇ ਬੱਚੇ ਸਟੱਡੀ ਕਰ ਪਾਣਗੇ? ਨਹੀਂ ਕਰ ਪਾਣਗੇ। ਮੇਰੇ ਬੱਚੇ ਦਹਿਸ਼ਤ ਦੇ ਵਿੱਚ ਹੈ। ਮੇਰੇ ਬੱਚੇ ਦੇਖੋ ਬ੍ਰਦਰ ਤੁਹਾਡੇ ਕਹਿ ਰਹੇ ਕਿ ਅੱਗੇ ਵੀ ਕਈ ਕੰਪਲੇਂਟਾਂ 7 ਨੰਬਰ ਥਾਣੇ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਸਰ ਸਾਡੇ ਘਰਾਂ 'ਚ ਚੋਰ ਆ ਜਾਣ ਤਾਂ ਨਹੀਂ ਪੁਲਿਸ ਆਂਦੀ। ਇਹ ਤਾਂ ਸੜਕ ਤੇ ਹੈ, ਇਹਨਾਂ ਨੇ ਕਿੱਥੋਂ ਆ ਜਾਣਾ। ਮਿਲੀ ਭੁਗਤ ਨਹੀਂ ਲੱਗ ਰਹੀ ਪੁਲਿਸ ਨਾਲ ਕਿਤੇ ਸਰ ਹੋ ਸਕਦਾ ਕਿਉਂਕਿ ਪੁਲਿਸ ਅੱਜ ਕੱਲ ਜੋ ਸੁਣਨ ਚਾਹੁੰਦਾ ਕਿ 4 ਚ ਇੰਨੀਆਂ ਚੋਰੀਆਂ ਕੀਤੀਆਂ ਜਾਂਦੀਆਂ, 2 ਪੁਲਿਸ ਦੀਆਂ ਹੁੰਦੀਆਂ, 2 ਚੋਰਾਂ ਦੀਆਂ ਹੁੰਦੀਆਂ। ਹੁਣ ਤੁਸੀਂ ਦੱਸ ਦਿਓ ਇਹਦੇ ਵਿੱਚ ਜਾਂ ਮੈਂ ਝੂਠ ਬੋਲਦੀ ਆ ਤੇ ਜਾਂ ਤੁਸੀਂ ਕਹਿੰਦੇ। ਪੰਜਾਬ ਦੀ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦਾ ਹੁਣ ਐਲਾਨ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਇਹ ਚੋਣਾਂ ਹੋਣਗੀਆਂ। ਰਾਜਪਾਲ ਪੰਜਾਬ ਦੇ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਅਨੁਸਾਰ 39 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਇਲਾਵਾ 27 ਵਾਰਡ ਦੀਆਂ ਜ਼ਿਮਨੀ ਚੋਣਾਂ ਕਰਵਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਤੋਂ ਅਗਲੀ ਕਾਰਵਾਈ ਸਟੇਟ ਚੋਣ ਕਮਿਸ਼ਨ ਨੇ ਕਰਨੀ ਹੈ। ਹਾਲਾਂਕਿ 5 ਨਗਰ ਨਿਗਮਾਂ ਦੀਆਂ ਚੋਣਾਂ ਪੈਂਡਿੰਗ ਹਨ, ਉਹਨਾਂ ਦੇ ਬਾਰੇ ਅਜੇ ਫੈਸਲਾ ਨਹੀਂ ਹੋਇਆ। ਸਰਕਾਰ ਨੇ ਹਾਲੇ ਤੱਕ ਇਹਨਾਂ ਨਿਗਮਾਂ ਦੀਆਂ ਤਰੀਕਾਂ ਤੈਅ ਨਹੀਂ ਕੀਤੀਆਂ ਨੇ। ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਭੋਪਾਲ ਪਹੁੰਚੇ ਨੇ ਤੇ ਉੱਥੇ ਉਹਨਾਂ ਦੇ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜਿਨ੍ਹਾਂ ਦੇ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਉਤਕਰਸ਼ ਅਤੇ ਉਨਮੇਸ਼ ਦਾ ਉਦਘਾਟਨ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਰਵਿੰਦਰ ਭਵਨ ਵਿਖੇ ਕੀਤਾ ਗਿਆ ਸੀ। ਸੱਭਿਆਚਾਰ ਵਿਭਾਗ ਦੇ ਵੱਲੋਂ ਆਯੋਜਿਤ ਉਤਕਰਸ਼ ਅਤੇ ਉਨਮੇਸ਼ 3 ਅਗਸਤ ਤੋਂ 5 ਅਗਸਤ ਤੱਕ ਚੱਲੇਗਾ। ਇਸ ਦੇ ਵਿੱਚ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 500 ਕਲਾਕਾਰ ਹਿੱਸਾ ਲੈ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਫੇਰੀ ਦੇ ਕਾਰਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਰਵਿੰਦਰਾ ਭਵਨ ਦੇ 3 ਕਿਲੋਮੀਟਰ ਦੇ ਘੇਰੇ ਨੂੰ नो फ्लाइंग जोन ऐलानिया गया है। इस तो अलावा आवाजाही का रास्ता भी मोड़ दिता गया है। साहित्य एवं कला की विभिन्न धाराओं के इस महासंगम में आप सबके साथ अवगाहन करते हुए मुझे आत्मिक प्रसन्नता हो रही है। मुझे विश्वास है कि आप सब आज़ादी का अमृत महोत्सव से जुड़े साहित्य तथा कला के इन उत्सवों में अपनी प्रतिभागिता से उत्साहित है। मैं आप सबको बहुत बहुत बधाई देती हूँ। राष्ट्रपति का पदभार ग्रहण करने के बाद अब तक मेरी सबसे अधिक यात्राएं मध्य प्रदेश में हुई है। संयोग से आज मध्य प्रदेश की ये मेरी 5वीं यात्रा है। आप सबके आतिथ्य के लिए मैं मध्य प्रदेश के 8 करोड़ निवासियों को धन्यवाद देती हूँ। आज से शुरू होने वाले दोनों उत्सवों के आयोजन के लिए मैं केंद्रीय संस्कृति मंत्रालय, साहित्य अकादमी तथा संगीत नाटक अकादमी के ऑर्गेनाइजर्स को सराहना करती हूँ। साथ ही सक्रिय सहयोग प्रदान करने के लिए मैं मध्य प्रदेश सरकार की प्रशंसा करती हूँ। केंद्रीय संस्कृति मंत्रालय द्वारा हमारी संस्कृति के विभिन्न आयामों में नई ऊर्जा का संचार करने के लिए अनेक प्रयास किए जा रहे हैं। परसों यानी 5 अगस्त को दिल्ली में आयोजित किए जाने वाले एक और उत्सव फेस्टिवल ऑफ लाइब्रेरीज के उद्घाटन में भी मुझे जाने का मौका मिलेगा। इन सभी आयामों पर निरंतर ध्यान बनाए रखने से एक मजबूत कल्चरल इकोसिस्टम का निर्माण संभव हो रहा है। इस वर्ष G20 समूह की अध्यक्षता का दायित्व भारत को दिया गया है। इस दायित्व का भारत द्वारा 1 अर्थ, 1 फैमिली, 1 फ्यूचर के आदर्श के अनुरूप निर्वहन किया जा रहा है। हमारी परंपरा में यत्र विश्वम भवति एक नीडम की भावना प्राचीन काल से आधुनिक युग तक निरंतर व्यक्त होती जा रही है। हिंदी के वरेण्य कवि जयशंकर प्रसाद जी ने इसी भावना को व्यक्त करते हुए कहा था, अरुण यह मधुमय देश हमारा, अरुण ये मधुमय देश हमारा, जहाँ पहुँच अनजान खिंची को मिलता एक सहारा, अरुण ये मधुमय देश हमारा। ज्ञान
ਗਿਆਨਵਾਪੀ ਮਸਜਿਦ ਦਾ ਸਰਵੇਖਣ ਕਰਨ ਦੀ ਹੁਣ ਮਨਜ਼ੂਰੀ ਮਿਲ ਚੁੱਕੀ ਹੈ। ਗਿਆਨਵਾਪੀ ਕੈਂਪਸ ਦੇ ASI ਸਰਵੇਖਣ ਤੇ ਇਲਾਹਾਬਾਦ ਹਾਈ ਕੋਰਟ ਦਾ ਅੱਜ ਫੈਸਲਾ ਆਇਆ। ਹਾਈ ਕੋਰਟ ਦੇ ਚੀਫ ਜਸਟਿਸ ਦੇ ਫੈਸਲੇ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਹੁਣ ਗਿਆਨਵਾਪੀ ਕੈਂਪਸ ਦਾ ASI ਹਿੰਦੂ ਅਤੇ ਮੁਸਲਿਮ ਦੋਨਾਂ ਪਾਸਿਆਂ ਤੋਂ ਇਸ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ। ਇਲਾਹਾਬਾਦ ਹਾਈ ਕੋਰਟ ਨੇ ਹੁਣੇ ਹੀ ASI ਦੇ ਸਰਵੇਖਣ ਤੇ ਰੋਕ ਲਗਾ ਦਿੱਤੀ ਸੀ। ਦਰਅਸਲ ਵਾਰਾਣਸੀ ਦੇ ਜ਼ਿਲ੍ਹਾ ਜੱਜ ਡਾਕਟਰ ਅਜੇ ਕੁਮਾਰ ਵਿਸ਼ਵੇਸ਼ ਨੇ ਗਿਆਨਵਾਪੀ ਸਰਵੇਖਣ ਦਾ ਹੁਕਮ ਜਾਰੀ ਕੀਤਾ ਸੀ। ਹੁਣ ਹਾਈ ਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਹਰਿਆਣਾ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ ਹੁਣ ਨੂੰਹ ਦੇ ਇਲਾਵਾ ਕਈ ਇਲਾਕਿਆਂ ਦੇ ਵਿੱਚ 5 ਅਗਸਤ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਨੂੰਹ ਦੇ ਵਿੱਚ ਹਾਲੇ ਵੀ ਕਰਫਿਊ ਜਾਰੀ ਹੈ। ਪਰੇਸ਼ਾਨੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇੰਟਰਨੈਟ ਸੇਵਾ 5 ਅਗਸਤ ਤੱਕ ਬੰਦ ਹੈ। ਮਾਮਲੇ 'ਚ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ। 31 ਜੁਲਾਈ ਸੋਮਵਾਰ ਨੂੰ ਸੰਗਠਨਾਂ ਦੇ ਵੱਲੋਂ ਨੂੰਹ 'ਚ ਕੱਢੀ ਗਈ ਜਲਾਭਿਸ਼ੇਕ ਯਾਤਰਾ ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਤੋਂ ਦੱਖਣੀ ਹਰਿਆਣਾ ਉੱਭਰ ਨਹੀਂ ਸਕਿਆ। ਹਾਲਾਂਕਿ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਤੈਨਾਤੀ ਦਰਮਿਆਨ 2 ਦਿਨਾਂ ਤੋਂ ਨੂੰਹ 'ਚ ਸ਼ਾਂਤੀ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਹਰਿਆਣਾ ਦੇ ਨੂੰਹ ਅਤੇ ਕੁਝ ਹੋਰ ਥਾਵਾਂ ਤੇ ਦੁਪਹਿਰ 1 ਵਜੇ ਤੋਂ 3 ਘੰਟੇ ਦੇ ਲਈ ਮੋਬਾਈਲ ਇੰਟਰਨੈਟ ਅਤੇ SMS ਸੇਵਾਵਾਂ ਬਹਾਲ ਕੀਤੀਆਂ ਗਈਆਂ ਨੇ। T20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਸਾਬਕਾ ਸਕੱਤਰ ਸੁਨੀਲ ਦੇਵ ਦਾ ਦੇਹਾਂਤ ਹੋ ਗਿਆ। ਸੁਨੀਲ ਦੇਵ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋਇਆ। ਉਹ 75 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਬੱਚੇ ਛੱਡ ਗਏ ਨੇ। ਸੁਨੀਲ ਦੇਵ 2007 ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਉਦਘਾਟਨੀ T20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਪ੍ਰਬੰਧਕੀ ਮੈਨੇਜਰ ਹੈ। ਉਹ 1996 ਦੇ ਦੱਖਣੀ ਅਫਰੀਕਾ ਦੌਰੇ ਅਤੇ 2014 ਦੇ ਇੰਗਲੈਂਡ ਦੌਰੇ ਦੌਰਾਨ ਭਾਰਤੀ ਟੀਮ ਪ੍ਰਬੰਧਕੀ ਮੈਨੇਜਰ ਵੀ ਰਹੇ। ਤੇ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ। ਤਦ ਤੱਕ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ TV ਦੇ ਨਾਲ।